ਜੋ ਅਸੀਂ ਅਸਲ ਸ਼ਸਤਰ ਵਿੱਦਿਆ ਨਾਲ ਜਦੋਂ ਵਾਰ ਕੱਢ ਕੇ ਦਿਖਾਉਣੇ ਆ ਉਹਨੂੰ ਕੋਈ ਦੇਖ ਕੇ ਰਾਜੀ ਨਹੀਂ। ਤੇ ਜਦੋਂ ਇਹ ਸਟੰਟਬਾਜ਼ੀਆਂ ਕਰਕੇ ਦਿਖਾਉਂਦੇ ਆ ਲੋਕੀ ਵੇਖ ਕੇ ਰਾਜੀ ਹੁੰਦੇ ਆ ਤਾਂ ਉਹ ਉਸ ਪਾਸੇ ਨੂੰ ਹੀ ਸਾਰਾ ਕੁਝ ਤੁਰ ਪਿਆ। ਇਹਨੂੰ ਮੈਂ ਬਾਜੀਗਰੀ ਵੀ ਨਹੀਂ ਕਹੂੰਗਾ ਕਿਉਂਕਿ ਮੈਨੂੰ ਐਂ ਲੱਗੂ ਉਹ ਇੱਕ ਬਾਜੀਗਰਾਂ ਦੀ ਵੱਖਰੀ ਕਲਾ ਹੈਗੀ ਆ। ਜੇ ਮੈਂ ਇਹਨੂੰ ਬਾਜੀਗਰੀ ਕਹੂੰਗਾ ਤਾਂ ਸ਼ਾਇਦ ਉਹਨਾਂ ਦੀ ਕਲਾ ਦੀ ਤੋਹੀਨ ਹੋਊਗੀ। ਜੋ ਸਾਡੀ ਸਿੱਖਾਂ ਦੀ ਸ਼ਸਤਰ ਵਿੱਦਿਆ ਜੋ 6ਵੇਂ ਪਾਤਸ਼ਾਹ ਤੋਂ ਸਾਡੇ ਜੰਗਾਂ ਯੁੱਧਾਂ ਦੇ ਵਿੱਚ ਅਸੀਂ ਵਰਤੀ ਆ ਉਹ ਉਸ ਰੂਪ ਵਿੱਚ ਬਿਲਕੁਲ ਨਹੀਂ ਰਹੀ। ਕਾਰਨ ਇਹੀ ਆ ਵੀ ਅਸੀਂ ਸਿਰਫ ਦਿਖਾਵੇ ਵਾਲੇ ਪਾਸੇ ਹੋ ਗਏ ਆ। ਜੋ ਗੱਤਕੇ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਜੇ ਆਪਾਂ ਸਿੱਧਾ ਹੀ ਨਾਮ ਲੈ ਜਾਈਏ ਤਾਂ ਫੈਡਰੇਸ਼ਨ ਆ ਹੈ ਨਾ, ਗੱਤਕੇ ਦਾ ਰੂਪ ਵਿਗਾੜਨ ਦੇ ਵਿੱਚ ਉਹ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਨੇ, ਸਾਰੀਆਂ ਨਹੀਂ ਕੁਝ ਕੁ। ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੂੰ ਗੱਤਕਾ ਨਹੀਂ ਆਉਂਦਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸਟੂਡੈਂਟ ਨਹੀਂ ਹੈਗਾ। ਆਸਾ ਹੱਥ ਕਿਤਾਬ ਕੱਛ ਪੂੰਜਾ ਬਾਗ ਮਸੱਲਾ ਧਾਰੀ। ਅਤੇ ਜੇ ਆਸਾ ਉਹਨਾਂ ਦੇ ਹੱਥ ਵਿੱਚ ਸੀ ਤਾਂ ਇਹਦਾ ਮਤਲਬ ਇਹ ਨਹੀਂ ਸੀ ਉਹ ਸਿਰਫ ਬਜ਼ੁਰਗ ਸੀ ਅਤੇ ਉਹ ਸਹਾਰਾ ਲੈਂਦੇ ਸੀ, ਉਹਨਾਂ ਨੂੰ ਚਲਾਉਣਾ ਵੀ ਆਉਂਦਾ ਸੀ। ਉਹ ਆਸਾ, ਉਹ ਸੋਟਾ, ਉਹ ਸਲੋਤਰ। ਸ਼ਸਤਰਾਂ ਨੂੰ ਹਰ ਸ਼ਸਤਰ ਦੀ ਫਰਾਈ ਵੱਖਰੀ ਵੱਖਰੀ ਹੁੰਦੀ ਸੀ। ਫਰਾਈ ਮਤਲਬ ਸ਼ਸਤਰ ਨੂੰ ਫੇਰਨ ਦਾ ਤਰੀਕਾ। ਹਰ ਸ਼ਸਤਰ ਦਾ ਵੱਖਰੇ ਤਰੀਕੇ ਦਾ ਵਾਰ ਅਤੇ ਉਹਦੀ ਫਰਾਈ ਵੀ। ਖੰਡਾ ਵੀ ਉਵੇਂ ਫੇਰੀ ਜਾਂਦੇ, ਖੰਡੇ ਦੇ ਦੋ ਪਾਸੇ ਧਾਰ ਹੁੰਦੀ, ਦੋ ਧਾਰੇ ਖੰਡੇ ਦੀ ਫਰਾਈ ਵੱਖਰੇ ਤਰੀਕੇ ਨਾਲ ਹੋਣੀ ਆ, ਇੱਕ ਧਾਰ ਵਾਲੇ ਖੰਡੇ ਦੀ ਫਰਾਈ ਵੱਖਰੇ ਤਰੀਕੇ ਨਾਲ ਹੋਣੀ ਆ। ਅਸੀਂ ਕੋਈ ਵੱਖਰਾ ਨਾਂ ਨਹੀਂ ਰੱਖ ਸਕਦੇ, ਬਥੇਰੇ ਰੱਖੀ ਫਿਰਦੇ ਕੋਈ ਜਿਹਨੇ ਜੋ ਵੀ ਜਿਸ ਨੂੰ ਚੰਗਾ ਲੱਗਦਾ। ਪਰ ਸਾਡਾ ਜਿੰਨੇ ਵੀ ਹੋਣਗੇ ਬੁੱਢੇ ਦਲ ਦੇ ਉਹ ਰਣਜੀਤ ਅਖਾੜਾ ਹੀ ਨਾਮ ਰੱਖਣਗੇ। ਰਣਜੀਤ ਨਗਾਰਾ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦਾ ਅਤੇ ਰਣਜੀਤ ਅਖਾੜਾ 6ਵੇਂ ਪਾਤਸ਼ਾਹ ਦਾ, ਰਾਣਾ ਨੂੰ ਜਿੱਤਣ ਵਾਲਾ ਅਖਾੜਾ। ਵੇਖੋ ਇਹ ਸਾਡੀ ਰਵਾਇਤ ਆ ਹੈ ਨਾ, ਸ਼ਸਤਰ ਵਿੱਦਿਆ ਗੁਰੂ ਮਹਾਰਾਜ ਦੀ ਬਖਸ਼ਿਸ਼। ਚਾਹੇ ਤੋਪਾਂ ਆ ਜਾਣ, ਟੈਂਕ ਆ ਜਾਣ, ਚਾਹੇ ਤੁਸੀਂ ਘਰ ਘਰ ਮਿਜ਼ਾਈਲ ਰੱਖੀ ਰੱਖੋ ਹੈ ਨਾ। ਅੰਤ ਨੂੰ ਤੋਪਾਂ ਦਾ ਬਰੂਦ ਖਤਮ ਹੋ ਗਿਆ, ਮਿਜ਼ਾਈਲਾਂ ਸਾਰੀਆਂ ਖਤਮ ਹੋ ਗਈਆਂ। ਜਦੋਂ ਗੁੱਥਮ ਗੁੱਥਾ ਹੱਥੋਂ ਪਾਈ ਹੋਣਾ ਉਹ ਤਾਂ ਇਹਨਾਂ ਦੀ ਲੋੜ ਪੈਣੀ ਹੀ ਪੈਣੀ ਆ। ਤਾਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਉਹਨਾਂ ਦੀਆਂ ਤੋਪਾਂ ਮੁੱਕ ਜਾਣ, ਅਸੀਂ ਫਿਰ ਵੀ ਨਾ ਮੁੱਕੀਏ ਅਤੇ ਉਹਨਾਂ ਨੂੰ ਹੱਥੋਂ ਪਾਈ ਤੱਕ ਆਉਣਾ ਪੈ ਜੇ ਜਿਹੜਾ ਵੀ ਸਾਡਾ ਦੁਸ਼ਮਣ ਆ ਹੈ ਨਾ। ਤਾਂ ਫਿਰ ਅਸੀਂ ਅੱਗੋਂ ਤਾਂ ਉਸੇ ਰਵਾਇਤੀ ਸ਼ਸਤਰਾਂ ਨਾਲ ਟੱਕਰਾਂਗੇ ਨਾ ਜਦੋਂ ਉਹਨਾਂ ਦਾ ਸਭ ਕੁਝ ਮੁੱਕ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸਿੱਖਾਂ ਦੇ ਵਿੱਚ ਸ਼ਸਤਰ ਵਿੱਦਿਆ ਇੱਕ ਅਹਿਮ ਸਥਾਨ ਰੱਖਦੀ ਹੈ। 6ਵੇਂ ਪਾਤਸ਼ਾਹ ਵੱਲੋਂ ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਗਈਆਂ ਉਦੋਂ ਤੋਂ ਸਿੱਖਾਂ ਦੇ ਵਿੱਚ ਸ਼ਸਤਰ ਵਿੱਦਿਆ ਜਿਹੜੀ ਸਿੱਖ ਧਰਮ ਦਾ, ਸਿੱਖ ਪੰਥ ਦਾ ਇੱਕ ਅੰਗ ਬਣ ਚੁੱਕੀ ਆ। ਪਰ ਸਮੇਂ ਦੇ ਨਾਲ, ਆਧੁਨਿਕਤਾ ਦੇ ਨਾਲ, ਜਿੱਥੇ ਲੋਕ ਵਿਖਾਵੇ ਦੇ ਵਜੋਂ ਆਪਾਂ ਦੇਖਦੇ ਹਾਂ ਕਿ ਕਈ ਸਿੰਘ ਸ਼ਸਤਰ ਵਿੱਦਿਆ ਦਾ ਜੋ ਅਸਲੀ ਰੂਪ ਆ ਉਦੋਂ ਤੋਂ ਕਾਫੀ ਦੂਰ ਜਾ ਕੇ ਉਹ ਇੱਕ ਸਟੰਟਬਾਜ਼ੀ ਵਾਲੇ ਪਾਸੇ ਉਸ ਚੀਜ਼ ਦਾ ਰੁਝਾਨ ਚਲਾ ਗਿਆ। ਅੱਜ ਅਸੀਂ ਰਣਜੀਤ ਅਖਾੜਾ ਬੁੱਢਾ ਦਲ ਕੋਟਕਪੂਰਾ ਵਿਖੇ ਸਿੱਖਿਆਰਥੀਆਂ ਨੂੰ ਸ਼ਸਤਰ ਵਿੱਦਿਆ ਸਿਖਾਉਂਦੇ ਭਾਈ ਸੁਖਦਰਸ਼ਨ ਸਿੰਘ ਦੇ ਗ੍ਰਹਿ ਵਿਖੇ ਆਏ ਹਾਂ। ਉਹਨਾਂ ਨਾਲ ਗੱਲਬਾਤ ਕਰਦੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਸ਼ਸਤਰ ਵਿੱਦਿਆ ਗੁਰੂ ਕਾਲ ਤੋਂ ਸਿੱਖਾਂ ਨੇ ਅਪਣਾਈ, ਜੋ ਉਸ ਸਮੇਂ ਦੀਆਂ ਏਸ਼ੀਆ ਦੀਆਂ, ਵਿਸ਼ਵ ਦੀਆਂ ਐਡੀਆਂ ਵੱਡੀਆਂ ਤਾਕਤਾਂ ਨਾਲ, ਸੀਮਤ ਸਾਧਨਾਂ ਨਾਲ ਸਿੱਖਾਂ ਨੇ ਫਤਿਹ ਹਾਸਲ ਕੀਤੀ, ਉਹ ਸ਼ਸਤਰ ਵਿੱਦਿਆ ਅਤੇ ਜੋ ਅੱਜ ਅਸੀਂ ਦਲ ਪੰਥ ਦੇ ਵਿੱਚ ਜਾਂ ਇੱਥੇ ਮੇਲਿਆਂ ਦੇ ਵਿੱਚ ਜਿਵੇਂ ਦੀ ਸ਼ਸਤਰ ਵਿੱਦਿਆ ਕੁਛ ਲੋਕ ਦਿਖਾ ਰਹੇ ਨੇ, ਇਹਦੀ ਤੁਲਨਾ ਕਿਵੇਂ ਤੁਸੀਂ ਕਰੋਗੇ? ਅਤੇ ਪੁਰਾਤਨ ਸ਼ਸਤਰ ਵਿੱਦਿਆ ਜੋ ਆਪਣੇ ਅਸਲ ਰੂਪ 'ਚ ਸੀ ਉਹਦੇ ਬਾਰੇ ਸੰਗਤ ਨੂੰ ਜ਼ਰੂਰ ਜਾਣਕਾਰੀ ਦਿਓ। ਜੋ ਪੁਰਾਤਨ ਸ਼ਸਤਰ ਵਿੱਦਿਆ ਸੀ ਜੀ, ਸੀਨਾ ਬਸੀਨਾ ਤੁਰੀ ਆਉਂਦੀ ਆ, ਉਹ ਤਾਂ ਜਿਵੇਂ ਆਪਾਂ ਕਹਿ ਲਈਏ ਵੀ ਨਾ ਮਾਤਰ ਹੀ ਰਹਿ ਗਈ। ਕੋਈ ਮਾਸਟਰ ਆ ਜਾਂ ਕੋਈ ਖਿਡਾਰੀ ਜਿਨ੍ਹਾਂ ਕੋਲ ਹੈਗੀ ਆ, ਪਰ ਜੋ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਉਹ ਸ਼ਸਤਰ ਵਿੱਦਿਆ ਨਹੀਂ ਕਹਿ ਸਕਦੇ ਉਹਨੂੰ ਗੱਤਕਾ ਕਹਿ ਲਈਏ ਇਕੱਲਾ। ਜੋ ਗੱਤਕਾ ਜੋ ਪੰਜਾਬ ਦੀ ਖੇਡ ਆ, ਜੋ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀ ਤੁਰੀ ਆਉਂਦੀ ਜਾਂ ਬਹੁਤ ਪੁਰਾਣੀ ਗੱਤਕਾ, ਪਲੱਥੇਬਾਜ਼ੀ, ਹੋਰ ਵੀ ਕਈ ਨਾਵਾਂ ਨਾਲ ਜਾਣੀ ਜਾਂਦੀ ਆ। ਜੋ ਸਾਡੀ ਸਿੱਖਾਂ ਦੀ ਸ਼ਸਤਰ ਵਿੱਦਿਆ ਜੋ 6ਵੇਂ ਪਾਤਸ਼ਾਹ ਤੋਂ ਸਾਡੇ ਜੰਗਾਂ ਯੁੱਧਾਂ ਦੇ ਵਿੱਚ ਅਸੀਂ ਵਰਤੀ ਆ ਉਹ ਉਸ ਰੂਪ ਵਿੱਚ ਬਿਲਕੁਲ ਨਹੀਂ ਰਹੀ। ਕਾਰਨ ਇਹੀ ਆ ਵੀ ਅਸੀਂ ਸਿਰਫ ਦਿਖਾਵੇ ਵਾਲੇ ਪਾਸੇ ਹੋ ਗਏ ਆ। ਜੋ ਅਸੀਂ ਅਸਲ ਸ਼ਸਤਰ ਵਿੱਦਿਆ ਨਾਲ ਜਦੋਂ ਵਾਰ ਕੱਢ ਕੇ ਦਿਖਾਉਣੇ ਆ ਉਹਨੂੰ ਕੋਈ ਦੇਖ ਕੇ ਰਾਜੀ ਨਹੀਂ। ਅਤੇ ਜਦੋਂ ਇਹ ਸਟੰਟਬਾਜ਼ੀਆਂ ਕਰਕੇ ਦਿਖਾਉਂਦੇ ਆ ਲੋਕੀ ਵੇਖ ਕੇ ਰਾਜੀ ਹੁੰਦੇ ਆ ਤਾਂ ਉਹ ਉਸ ਪਾਸੇ ਨੂੰ ਹੀ ਸਾਰਾ ਕੁਝ ਤੁਰ ਪਿਆ। ਜੋ ਸਾਡਾ ਪੁਰਾਣੀ ਸ਼ਸਤਰ ਵਿੱਦਿਆ ਸੀ ਜਿਸ ਦੇ ਵਿੱਚ ਆਪਾਂ ਜੇ ਚੰਡੀ ਦੀ ਵਾਰ ਦਾ ਜ਼ਿਕਰ ਕਰੀਏ, ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਨ ਘਾਣ ਕੋ, ਅੱਗੇ ਤੇਗ ਵਗਾਈ ਦੁਰਗ ਸਾਹਿਬ ਵੜ ਸੁੰਭਣ ਬਹੀ ਪਲਾਣ ਕੋ, ਰੜਕੀ ਜਾਏ ਕੇ ਧਰਤ ਕੋ, ਬੜ ਪਾਖਰ ਵੱਢ ਕੇ ਕਾਣ ਕੋ, ਜਿਹੜੀ ਉਹ ਸ਼ਸਤਰ ਵਿੱਦਿਆ ਸੀ ਵੀ ਜਿਹੜੇ ਅਸੀਂ ਉਸ ਤਲਵਾਰ ਦੇ ਨਾਲ ਅਸੀਂ ਯੋਧੇ ਨੂੰ ਸਣੇ ਟੋਪ, ਸਣੇ ਘੋੜੇ, ਸਣੇ ਕਾਠੀ ਸਾਰਾ ਵੱਢਤਾ। ਕਿ ਜੋ ਅੱਜ ਕੱਲ੍ਹ ਹੁਣ ਆਪਾਂ ਖਾੜੇ 'ਚ ਨਹੀਂ ਤੁਹਾਨੂੰ ਉਹ ਵਾਰ ਕੱਢ ਕੇ ਵੀ ਦਿਖਾ ਦਿੰਦੇ ਜਿਵੇਂ ਅੱਜ ਕੱਲ੍ਹ ਕਰ ਰਹੇ ਹੈ ਨਾ, ਕੀ ਉਹਦੇ ਨਾਲ ਅਸੀਂ ਕਰ ਸਕਦੇ ਹਾਂ? ਬਿਲਕੁਲ ਵੀ ਨਹੀਂ। ਜਿਸ ਤਰੀਕੇ ਨਾਲ ਅਸੀਂ ਸ਼ਸਤਰਾਂ ਨੂੰ, ਹਰ ਸ਼ਸਤਰ ਦੀ ਫਰਾਈ ਵੱਖਰੀ ਵੱਖਰੀ ਹੁੰਦੀ ਸੀ। ਫਰਾਈ ਮਤਲਬ ਸ਼ਸਤਰ ਨੂੰ ਫੇਰਨ ਦਾ ਤਰੀਕਾ। ਡਾਂਗ ਨੂੰ ਇੱਕ ਵੱਖਰੇ ਤਰੀਕੇ ਨਾਲ ਘੁਮਾਇਆ ਜਾਂਦਾ। ਮਰੱਟੀ ਜੋ ਸਾਡਾ ਇੱਕ
ਕੁਝ ਕੁ ਉਹਨੂੰ ਸ਼ਸਤਰ ਮੰਨਦੇ ਪਰ ਨਹੀਂ, ਅਸੀਂ ਉਹਨੂੰ ਸ਼ਸਤਰ ਨਹੀਂ ਮੰਨਦੇ। ਸਿਰਫ ਉਹ ਸਰੀਰ ਦੇ ਅੰਗਾਂ ਨੂੰ ਮੋੜਨ ਵਾਸਤੇ, ਸਾਡੇ ਸਰੀਰ ਦੇ ਸਾਰੇ ਅੰਗ ਜਦੋਂ ਅਸੀਂ ਤਲਵਾਰ ਫੇਰਨੀ ਆ, ਤਲਵਾਰ ਦੀ ਫਰਾਈ ਕਰਨੀ ਆ, ਗੁਰਜ ਫੇਰਨੀ ਆ, ਉਹਨਾਂ ਵਾਸਤੇ ਆ। ਪਰ ਅਸੀਂ ਜਿਵੇਂ ਮਰਹੱਟੀ ਫੇਰਦੇ ਹਾਂ ਉਵੇਂ ਹੀ ਡਾਂਗ ਫੇਰੀ ਜਾਂਦੇ ਹਾਂ, ਉਵੇਂ ਹੀ ਅਸੀਂ ਬਰਛਾ ਫੇਰੀ ਜਾਂਦੇ ਹਾਂ, ਉਵੇਂ ਹੀ ਗੰਡਾਸਾ ਫੇਰੀ ਜਾਂਦੇ ਹਾਂ, ਉਵੇਂ ਹੀ ਜਮਦਾੜ ਫੇਰੀ ਜਾਂਦੇ ਹਾਂ, ਉਵੇਂ ਹੀ ਗੋਲੀਆਂ ਫੇਰੀ ਜਾਂਦੇ। ਹਰ ਸ਼ਸਤਰ ਦਾ ਵੱਖਰੇ ਤਰੀਕੇ ਦਾ ਵਾਰ ਆ ਅਤੇ ਉਹਦੀ ਫਰਾਈ ਵੀ। ਖੰਡਾ ਵੀ ਉਵੇਂ ਫੇਰੀ ਜਾਂਦੇ। ਖੰਡੇ ਦੇ 2 ਪਾਸੇ ਧਾਰ ਹੁੰਦੀ, 2 ਧਾਰੇ ਖੰਡੇ ਦੀ ਫਰਾਈ ਵੱਖਰੇ ਤਰੀਕੇ ਨਾਲ ਹੋਣੀ ਆ, 1 ਧਾਰ ਵਾਲੇ ਖੰਡੇ ਦੀ ਫਰਾਈ ਵੱਖਰੇ ਤਰੀਕੇ ਨਾਲ ਹੋਣੀ ਆ। ਅਤੇ ਪਰ ਅੱਜ ਕੱਲ੍ਹ ਕੀ ਹੋ ਗਿਆ, ਦਿਖਾਵੇ ਵਾਸਤੇ ਅਸੀਂ ਉਸ ਤੋਂ ਦੂਰ, ਬਹੁਤ ਹੀ ਦੂਰ ਜਾ ਚੁੱਕੇ ਹਾਂ। ਜੋ ਸਾਡੀ ਸ਼ਸਤਰ ਵਿੱਦਿਆ ਸੀ, ਇਹਨੂੰ ਮੈਂ ਬਾਜੀਗਰੀ ਵੀ ਨਹੀਂ ਕਹੂੰਗਾ, ਕਿਉਂਕਿ ਮੈਨੂੰ ਐਂ ਲੱਗੂ ਉਹ ਇੱਕ ਬਾਜੀਗਰਾਂ ਦੀ ਵੱਖਰੀ ਕਲਾ ਹੈਗੀ ਆ। ਜੇ ਮੈਂ ਇਹਨੂੰ ਬਾਜੀਗਰੀ ਕਹੂੰਗਾ ਤਾਂ ਸ਼ਾਇਦ ਉਹਨਾਂ ਦੀ ਕਲਾ ਦੀ ਤੋਹੀਨ ਹੋਊਗੀ। ਸੋ ਪਰ ਇਹ ਇੰਨਾ ਕੁ ਕਹੂੰਗਾ, ਜੋ ਅੱਜ ਕੱਲ੍ਹ ਚੱਲ ਰਿਹਾ ਇਹ ਸ਼ਸਤਰ ਵਿੱਦਿਆ ਨਹੀਂ। ਅਤੇ ਇਹਦੇ ਵਿੱਚ ਕੁਝ ਕੁ ਰੋਲ, ਕੁਝ ਕੁ ਜੋ ਗੱਤਕੇ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਜੇ ਆਪਾਂ ਸਿੱਧਾ ਹੀ ਨਾਮ ਲੈ ਜਾਈਏ ਤਾਂ ਫੈਡਰੇਸ਼ਨ ਆ, ਹੈ ਨਾ, ਗੱਤਕੇ ਦਾ ਰੂਪ ਵਿਗਾੜਨ ਦੇ ਵਿੱਚ ਉਹ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਨੇ। ਸਾਰੀਆਂ ਨਹੀਂ, ਕੁਝ ਕੁ ਜੋ ਅਸੀਂ ਸ਼ਸਤਰ ਵਿੱਦਿਆ ਨੂੰ ਇਹਨਾਂ ਨੇ ਫਾਈਟ ਦੇ ਰੂਪ ਦੇ ਵਿੱਚ ਮੁਕਾਬਲੇ ਕਰਾਉਣ ਲੱਗੇ ਆ। ਉਹਦੇ ਵਿੱਚ ਕੀ ਹੈ ਵੀ ਜੋ ਸ਼ਸਤਰ ਵਿੱਦਿਆ ਇੱਕ ਤਰੀਕੇ ਨਾਲ ਵਾਰ ਮਾਰਨਾ, ਉਹਨੂੰ ਇਹਨਾਂ ਨੇ ਹੋਰ ਹੀ ਕੁਝ ਬਣਾ ਕੇ ਰੱਖਤਾ। ਸੋਟੀ ਦਾ ਸਿਰਫ ਇੱਕੋ ਪਾਸਾ ਯੂਜ਼ ਕਰਨਾ, ਹਾਲਾਂਕਿ ਸੋਟੀ ਦੀ ਖੇਡ ਵੱਖਰੀ ਆ, ਸੋਟੀ ਨੂੰ ਤਲਵਾਰ ਦਾ ਪ੍ਰਤੀਰੂਪ ਮੰਨ ਰਹੇ ਆ, ਜਦ ਕਿ ਇਹ ਬਿਲਕੁਲ ਵੀ ਨਹੀਂ। ਗੱਤਕਾ ਸੋਟੀ ਇੱਕ ਵੱਖਰੀ ਚੀਜ਼ ਆ, ਤਲਵਾਰ ਵੱਖਰੀ ਚੀਜ਼ ਆ। ਅਤੇ ਇਹਨਾਂ ਨੇ ਮੁਕਾਬਲਿਆਂ ਦੇ ਨਾਂ 'ਤੇ ਸਾਨੂੰ ਬਾਣਿਆਂ ਤੋਂ ਦੂਰ ਕਰਤਾ। ਅਤੇ ਇਹ ਸ਼ਸਤਰ ਵਿੱਦਿਆ ਤੋਂ ਸਾਨੂੰ ਚਾਹੀਦਾ ਤਾਂ ਇਹ ਸੀ ਵੀ ਫੈਡਰੇਸ਼ਨਾਂ ਜੋ ਬਣੀਆਂ ਸੀ, ਸ਼ਸਤਰ ਵਿੱਦਿਆ ਦਾ ਪ੍ਰਚਾਰ ਅਤੇ ਪ੍ਰਸਾਰ ਹੋਵੇ। ਪ੍ਰਚਾਰ ਬੜਾ ਹੋ ਰਿਹਾ, ਪਰ ਉਹ ਸ਼ਸਤਰ ਵਿੱਦਿਆ ਦਾ ਨਹੀਂ, ਉਹ ਇਹਨਾਂ ਦਾ ਆਪਦਾ ਹੋ ਰਿਹਾ। ਉਹ ਜਿਵੇਂ ਇੱਕ ਵਾਰ ਅਸੀਂ ਗੱਲ ਕਰਦੇ ਸੀ ਵੀ ਸ਼ਸਤਰ ਵਿੱਦਿਆ ਦੇ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੂੰ, ਹਾਲਾਂਕਿ ਇਹਨਾਂ ਨੇ ਗੱਤਕਾ ਫੈਡਰੇਸ਼ਨ ਨਾਂ ਰੱਖਿਆ, ਸਿੱਖਾਂ ਦੀ ਸ਼ਸਤਰ ਵਿੱਦਿਆ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਗੱਤਕਾ ਨਹੀਂ, ਸਿੱਖਾਂ ਦੀ ਜੋ ਜੰਗਜੂਝ ਵਿੱਦਿਆ ਦਾ ਨਾ ਸ਼ਸਤਰ ਵਿੱਦਿਆ, ਗੱਤਕਾ ਨਹੀਂ। ਚਲੋ ਇਹਨਾਂ ਨੇ ਗੱਤਕਾ ਫੈਡਰੇਸ਼ਨ ਰੱਖੀ ਆ, ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੂੰ ਗੱਤਕਾ ਨਹੀਂ ਆਉਂਦਾ, ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸਟੂਡੈਂਟ ਨਹੀਂ ਹੈਗਾ। ਅਤੇ ਜਿੰਨਾ ਚਿਰ ਇਹ ਨਹੀਂ ਹੁੰਦਾ ਵੀ ਸਾਡੇ ਜੋ ਪੁਰਾਣੇ ਉਸਤਾਦ ਨੇ, ਹੈ ਨਾ, ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ, ਸਾਰਾ ਕੁਛ ਉਹਨਾਂ ਦੇ ਵੱਸ ਹੋਵੇ। ਜੋ ਪੁਰਾਣੇ ਉਸਤਾਦ ਨੇ ਉਹ ਦੱਸਣਗੇ ਵੀ ਕਿਵੇਂ ਸਾਡੇ ਪੁਰਾਣੇ ਵਾਰ ਚੱਲਦੇ ਸੀ, ਕਿਵੇਂ ਅਸੀਂ 4 ਪੈਰੀ ਪੈਂਤਰਾ, 1.5 ਦਾ ਪੈਂਤਰਾ, 2.5 ਦਾ ਪੈਂਤਰਾ, ਕਿਵੇਂ ਟੇਢੇ ਤੁਰ ਕੇ ਖੇਡਣਾ, ਕਿਵੇਂ ਟੇਢੇ ਤੁਰ ਕੇ ਵਾਰ ਮਾਰਨਾ, ਕਿਵੇਂ ਬੈਠ ਕੇ ਖੇਡਣਾ, ਕਿਵੇਂ ਪੰਕਤੀਆਂ ਲਾਉਣੀਆਂ, ਘਾਈਆਂ ਲਾਉਣੀਆਂ, ਕਿਸ ਤਰ੍ਹਾਂ ਸਭ ਕੁਛ ਕਰਨਾ। ਜਦੋਂ ਉਹ ਮੂਹਰੇ ਲੱਗਣਗੇ ਅਤੇ ਉਹ ਸਭ ਕੁਛ ਕਰਵਾ ਸਕਣਗੇ। ਪਰ ਜੇ ਆਪਾਂ ਕਹਿ ਦਈਏ ਇਸ ਤਰ੍ਹਾਂ ਜਿਵੇਂ ਅਜੋਕੇ ਤਰੀਕੇ ਜੋ ਚੱਲ ਰਿਹਾ ਅਜੋਕੇ ਸਮੇਂ ਦੇ ਵਿੱਚ, ਇਹ ਤਾਂ ਅਸੀਂ ਸ਼ਸਤਰ ਵਿੱਦਿਆ ਨੂੰ ਖ਼ਤਮ ਕਰਕੇ ਸਿਰਫ ਗੱਤਕੇ ਨੂੰ, ਗੱਤਕਾ ਵੀ ਨਹੀਂ, ਇੱਕ ਸਟੰਟਬਾਜ਼ੀ ਜੀ ਅਤੇ ਇੱਕ ਫੈਂਸਿੰਗ ਨੂੰ ਕਾਪੀ ਕਰਕੇ ਅਸੀਂ ਉਹ ਚੀਜ਼ ਬਣਾਤਾ। ਫੈਂਸਿੰਗ ਵੀ ਇੱਕ ਬੜੀ ਵਧੀਆ ਉਹਨਾਂ ਦੀ ਖੇਡ ਆ, ਅੰਗਰੇਜ਼ਾਂ ਦੀ, ਆਪਣੇ ਪੰਜਾਬ 'ਚ ਵੀ ਹੈਗੀ ਆ, ਓਲੰਪਿਕ ਤੱਕ ਹੈਗੀ ਫੈਂਸਿੰਗ, ਪਰ ਇੱਕ ਹੋਰ ਤਰੀਕੇ ਦੀ ਖੇਡ ਆ। ਅਸੀਂ ਗੱਤਕੇ ਨੂੰ ਲਗਭਗ ਉਸੇ ਰੂਪ 'ਚ ਹੀ ਬਣਾ ਕੇ ਰੱਖਤਾ। ਜਿਹੜੀ ਤੁਸੀਂ ਸ਼ਸਤਰ ਵਿੱਦਿਆ ਦੀ ਗੱਲ ਕੀਤੀ ਕਿ ਗੱਤਕੇ ਨਾਲੋਂ ਸ਼ਸਤਰ ਵਿੱਦਿਆ ਜਿਹੜੀ ਸਿੱਖਾਂ ਦੀ ਅਲੱਗ ਆ, ਇਹ ਕਿੰਨੇ ਤੈਅ ਕੀਤੀ? 6ਵੇਂ ਪਾਤਸ਼ਾਹ ਦੇ ਵੇਲੇ ਤੋਂ ਜਾਂ ਉਸ ਤੋਂ ਪਹਿਲਾਂ ਵੀ ਜ਼ਿਕਰ ਆਉਂਦਾ ਆ ਕਿ ਸ਼ਸਤਰ ਸਨ ਸਿੱਖਾਂ ਦੇ ਕੋਲ, ਪਾਤਸ਼ਾਹ ਵੀ ਰੱਖਦੇ ਰਹੇ ਨੇ। ਜਿਹੜਾ ਰੂਪ ਆ, ਜਿਹੜਾ ਤੁਸੀਂ ਕਹਿੰਦੇ ਹੋ ਵੀ ਮੂਲ ਖਾਸਾ ਆ, ਜਿਹਦੇ ਤੋਂ ਪਾਸੇ ਹੋ ਚੁੱਕੇ ਆ, ਉਹ ਜਿਹੜਾ ਮੂਲ ਰੂਪ ਆ ਉਹ ਕਿਹਦੇ ਵੱਲੋਂ ਤੈਅ ਕੀਤਾ ਗਿਆ? ਕਿ ਗੁਰੂ ਸਾਹਿਬਾਨ ਵੱਲੋਂ ਜਾਂ ਕਿਸੇ ਸਿੱਖ ਜਰਨੈਲ ਵੱਲੋਂ? ਉਹ ਜਿਹੜੇ ਉਹ ਵਾਰ ਆ, ਉਹ ਪੈਂਤੜੇ ਆ, ਉਹ ਕਿਹਦੇ ਵੱਲੋਂ ਤੈਅ ਕੀਤੇ ਗਏ ਆ ਜਿਹਨੂੰ ਅਸੀਂ ਮੰਨ ਸਕਦੇ ਹਾਂ ਕਿ ਨਿਰੋਲ ਸਿੱਖ ਸ਼ਸਤਰ ਵਿੱਦਿਆ? ਜੇ ਆਪਾਂ ਪਹਿਲਾਂ ਗੱਲ ਕਰ ਲਈਏ ਗੱਤਕੇ ਦੀ, ਜਨਮ ਸਾਖੀਆਂ ਵਿੱਚ ਇੱਕ ਜਗ੍ਹਾ ਜ਼ਿਕਰ ਆਉਂਦਾ, ਗੁਰੂ ਪਾਤਸ਼ਾਹ ਬੈਠੇ, ਧਿਆਨ ਲਾ ਕੇ ਬੈਠੇ ਨੇ, ਅਤੇ ਉਹਦੇ ਆਸੇ ਪਾਸੇ ਪਲੱਥੇਬਾਜ਼ ਗੱਤਕਾ ਖੇਡ ਰਹੇ ਨੇ। ਭਾਈ ਵੀਰ ਸਿੰਘ ਜੀ ਦੀ ਸੰਪਾਦਿਤ ਕੀਤੀ ਹੋਈ ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ। ਇਹਦਾ ਮਤਲਬ ਜੇ ਉਹ ਜ਼ਿਕਰ ਕਰ ਰਹੇ ਨੇ ਤਾਂ ਮਤਲਬ ਗੱਤਕੇਬਾਜ਼ ਪਹਿਲਾਂ ਹੁੰਦੇ ਸੀ। ਅਤੇ ਅਸੀਂ ਇਹ ਵੀ ਮੰਨਦੇ ਹਾਂ, ਸੀਨਾ ਬਸੀਨਾ ਜੋ ਸਾਡੇ ਕੋਲ ਤੁਰਿਆ ਆਉਂਦਾ, ਉਸਤਾਦ ਜੀ ਹਰੀ ਦੱਸਦੇ ਹੁੰਦੇ ਸੀ, ਗੁਰੂ ਨਾਨਕ ਪਾਤਸ਼ਾਹ ਵੀ ਗੱਤਕਾ ਜਾਣਦੇ ਸੀ। ਆਸਾ ਹੱਥ ਕਿਤਾਬ ਕੱਛ, ਪੂੰਜਾ ਬਾਗ ਮਸੱਲਾ ਧਾਰੀ। ਅਤੇ ਜੇ ਆਸਾ ਉਹਨਾਂ ਦੇ ਹੱਥ ਵਿੱਚ ਸੀ ਤਾਂ ਇਹਦਾ ਮਤਲਬ ਇਹ ਨਹੀਂ ਸੀ ਉਹ ਸਿਰਫ ਬਜ਼ੁਰਗ ਸੀ ਅਤੇ ਉਹ ਸਹਾਰਾ ਲੈਂਦੇ ਸੀ, ਉਹਨਾਂ ਨੂੰ ਚਲਾਉਣਾ ਵੀ ਆਉਂਦਾ ਸੀ ਉਹ ਆਸਾ, ਉਹ ਸੋਟਾ, ਉਹ ਸਲੋਤਰ। ਸੋ ਦੂਜੇ ਪਾਤਸ਼ਾਹ ਵਾਰੀ ਵੀ ਮੱਲ ਅਖਾੜੇ ਹੈਗੇ ਸੀ। ਪਰ ਜੋ ਇਹ ਜੂਝ ਵਿੱਦਿਆ ਦੇ ਰੂਪ ਦੇ ਵਿੱਚ ਜੋ ਉਹਨੂੰ ਸ਼ਸਤਰ ਵਿੱਦਿਆ ਦਾ ਨਾਮ ਅਸੀਂ ਦਿੰਦੇ ਹਾਂ, ਇਹ 6ਵੇਂ ਪਾਤਸ਼ਾਹ ਤੋਂ ਸਾਡੇ ਜੋ ਸੀਨਾ ਬਸੀਨਾ ਤੁਰਿਆ ਆਉਂਦਾ, ਅਸੀਂ ਮੰਨਦੇ ਹਾਂ ਰਣਜੀਤ ਅਖਾੜਾ ਬੁੱਢਾ ਦਲ, ਜਿਸ ਦੇ ਵਿੱਚ ਕਿ ਮੈਨੂੰ ਜਥੇਦਾਰ ਬਣਾਇਆ ਗਿਆ ਮੇਰੇ ਉਸਤਾਦ ਜੀ ਵੱਲੋਂ, ਹੈ ਨਾ। ਸਥਾਨਕ ਤੌਰ 'ਤੇ ਵਹੀਰ ਦੇ ਨਾਲ ਰਹਿੰਦੇ ਹਾਂ, ਵੱਖਰੇ ਵੱਖਰੇ ਜਥੇਦਾਰ ਬਣਾਏ ਜਾਂਦੇ ਹਨ, ਅਤੇ ਸਾਰਾ ਕੁਛ ਉਹਨਾਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ, ਅਤੇ ਗਾਂਹ ਪ੍ਰਚਾਰ ਪ੍ਰਸਾਰ ਕਰਨ ਨੂੰ ਉਹਨਾਂ ਨੂੰ ਮਾਸਟਰ ਬਣਾਇਆ ਜਾਂਦਾ। ਉਹਦੇ ਵਿੱਚ ਸਾਨੂੰ ਕੋਈ ਵੱਖਰਾ ਅਖਾੜਾ ਨਹੀਂ ਸਾਡਾ ਹੁੰਦਾ,
ਅਸੀਂ ਕੋਈ ਵੱਖਰਾ ਨਾਂ ਨਹੀਂ ਰੱਖ ਸਕਦੇ, ਬਥੇਰੇ ਰੱਖੀ ਫਿਰਦੇ ਕੋਈ ਜਿਹਨੇ ਜੋ ਵੀ ਜਿਸ ਨੂੰ ਚੰਗਾ ਲੱਗਦਾ, ਪਰ ਸਾਡਾ ਜਿੰਨੇ ਵੀ ਹੋਣਗੇ ਬੁੱਢੇ ਦਲ ਦੇ ਉਹ ਰਣਜੀਤ ਅਖਾੜਾ ਹੀ ਨਾਮ ਰੱਖਣਗੇ। ਰਣਜੀਤ ਨਗਾਰਾ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦਾ, ਅਤੇ ਰਣਜੀਤ ਅਖਾੜਾ 6ਵੇਂ ਪਾਤਸ਼ਾਹ ਦਾ, ਰਾਣਾ ਨੂੰ ਜਿੱਤਣ ਵਾਲਾ ਅਖਾੜਾ। ਜੋ ਆਪਾਂ ਕਹਿੰਦੇ ਆ ਵੀ ਜੰਗ ਜੂਝ ਵਿੱਦਿਆ ਵਾਲਾ ਰੂਪ ਸੀ, ਉਹ 6ਵੇਂ ਪਾਤਸ਼ਾਹ ਤੋਂ ਅਸੀਂ ਮੰਨਦੇ ਹਾਂ ਇੱਕ ਖਾਸ ਪੈਂਤਰਿਆਂ ਦੇ ਰੂਪ ਦੇ ਵਿੱਚ। ਕਿਵੇਂ ਅਸੀਂ ਉਹਨਾਂ ਵਿਰੋਧੀਆਂ ਨੂੰ, ਚਾਹੇ ਕੋਈ ਵੀ ਆ, ਚਾਹੇ ਕੋਈ ਮੁਗਲ ਆ, ਚਾਹੇ ਕੋਈ ਅੰਗਰੇਜ਼ ਆ, ਉਹਨਾਂ ਨੂੰ ਜੋ ਹਰਾਉਣ ਲਈ ਸਾਡੇ ਪੈਂਤਰੇ ਸੀ, ਸਾਡੇ ਖਾਸ ਵਾਰ ਸੀ, ਉਹ 6ਵੇਂ ਪਾਤਸ਼ਾਹ ਤੋਂ ਇਸ ਰੂਪ ਦੇ ਵਿੱਚ ਸ਼ਸਤਰ ਵਿੱਦਿਆ ਦੇ ਰੂਪ ਦੇ ਵਿੱਚ ਆਏ ਨੇ। ਖਾਸ ਪੈਂਤੜੇ ਖਾਸ ਵਾਰਾਂ ਦੀ ਗੱਲ ਕੀਤੀ, ਕਿਉਂਕਿ ਜੇ ਉਹ ਪ੍ਰਚਲਿਤ ਸ਼ਸਤਰ ਵਿੱਦਿਆ ਜੇ ਤੁਰੀ ਆਉਂਦੀ ਆ, ਜੇ ਤਾਂ ਸਿੱਖ ਉਸੇ ਨੂੰ ਅਪਣਾਉਂਦੇ ਤਾਂ ਉਹਨਾਂ ਦੇ ਮਾਹਰ ਵੀ ਉੱਥੇ ਬੈਠੇ ਸਨ, ਜਿਹੜੀਆਂ ਦੁਸ਼ਮਣ ਤਾਕਤਾਂ ਸਨ। ਇਹ ਆਪਣੇ ਨਵੇਂ ਪੈਂਤੜੇ ਘੜਨੇ, ਇਹ ਕਿੱਥੋਂ ਕੁ ਤੱਕ ਜਿਹੜੀ ਆ ਸਿੱਖਾਂ ਦੀ ਜਿਹੜੀ ਚੜ੍ਹਦੀ ਕਲਾ, ਜਿਹੜੀ ਚੜ੍ਹਤ ਹੋਈ ਆ, ਇਹਨਾਂ ਚੀਜ਼ਾਂ ਨੇ ਕਿਵੇਂ ਮਦਦ ਕੀਤੀ ਸਿੱਖਾਂ ਦੀ ਵੱਡੇ ਜੰਗ ਯੁੱਧਾਂ ਦੇ ਵਿੱਚ? ਜੋ ਨਵੇਂ ਵਾਰ ਸੀ ਸਿਰਫ ਉਹਨਾਂ ਨੇ ਹੀ ਮਦਦ ਨਹੀਂ ਕੀਤੀ, ਸਿੱਖਾਂ ਦੇ ਵਿੱਚ ਇੱਕ ਗੁਰੂ ਨੂੰ ਸਮਰਪਿਤ ਹੋ ਕੇ ਲੜਨਾ, ਜਿਸ ਕਰਕੇ ਅਸੀਂ ਜਿੱਤਦੇ ਸੀ। ਮੈਨੂੰ ਯਾਦ ਨਹੀਂ ਮੈਂ ਕਿੱਥੇ ਸੁਣਿਆ ਜਾਂ ਪੜ੍ਹਿਆ ਸੀ, ਕਹਿੰਦਾ ਵੀ ਤੁਹਾਡੀ ਸ਼ਸਤਰ ਵਿੱਦਿਆ ਜਾਂ ਸਾਡੀ ਸ਼ਸਤਰ ਵਿੱਦਿਆ 'ਚੋਂ ਬਿਹਤਰ ਕਿਹੜੀ ਆ? ਉਹ ਕਹਿੰਦਾ ਨਹੀਂ, ਇਹ ਤੁਹਾਡੀ ਅਬਿਲਿਟੀ 'ਤੇ ਆ, ਤੁਹਾਡੇ 'ਤੇ ਆ ਵੀ ਤੁਸੀਂ ਕਿਸ ਤਰੀਕੇ ਨਾਲ ਖੇਡਦੇ ਹੋ। ਕੋਈ ਸ਼ਸਤਰ ਵਿੱਦਿਆ ਨਹੀਂ ਮਾੜੀ, ਵਿੱਦਿਆ ਉਹ ਵੀ ਨਹੀਂ ਮਾੜੀ। ਇੱਧਰ ਆਪਾਂ ਦੱਖਣੀ ਭਾਰਤ ਵਾਲੇ ਪਾਸੇ ਜਾਈਏ, ਕਲਾਰੀ ਪੱਟੂ ਅਤੇ ਪੰਜਾਬ ਦੀ ਗੱਤਕਾ ਖੇਡ ਹੋ ਗਈ, ਅਤੇ ਉੱਧਰ ਚਾਈਨੀਜ਼ ਹੋ ਗਿਆ ਹੈ ਨਾ, ਉਹਨਾਂ ਦੇ ਮਾਰਸ਼ਲ ਆਰਟ ਵੱਖਰੇ ਵੱਖਰੇ ਹੋ ਗਏ, ਕੰਗ ਫੂ ਹੋ ਗਿਆ, ਕੋਈ ਮਾੜਾ ਨਹੀਂ। ਗੱਲ ਤਾਂ ਇਹ ਹੈ ਵੀ ਅਸੀਂ ਇੱਕ ਨਵੀਂ ਘੜਨੀ ਸੀ, ਘੜ ਲਈ, ਪਰ ਇਹਦੇ ਨਾਲ ਅਸੀਂ ਜਿੱਤਦੇ ਰਹੇ ਹਾਂ। ਉਹ ਜਿੱਤਣ ਦਾ ਕਾਰਨ ਸਾਡੀ ਇਕੱਲੀ ਸ਼ਸਤਰ ਵਿੱਦਿਆ ਨਹੀਂ ਸੀ, ਉਹ ਗੁਰੂ ਦਾ ਪ੍ਰਤਾਪ, ਗੁਰੂ ਦੀ ਮਿਹਰ ਅਤੇ ਸਾਡਾ ਗੁਰੂ 'ਤੇ ਵਿਸ਼ਵਾਸ ਸੀ, ਜਿਸ ਕਰਕੇ ਅਸੀਂ ਗੁਰੂ ਸਾਹਿਬ ਦੇ ਮੌਕੇ ਤੋਂ ਲੈ ਕੇ ਗੁਰੂ ਸਾਹਿਬ ਤੋਂ ਬਾਅਦ 'ਚ ਵੀ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ, ਜਾਂ ਹੋਰ ਸਾਡੇ ਜਿਹੜੇ ਬੜੇ ਬੜੇ ਜਰਨੈਲ ਯੋਧੇ ਹੋਏ ਆ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਜਿੰਨੇ ਵੀ ਅਨੇਕ ਆਦਿਕ ਮਹਾਨ ਯੋਧੇ ਹੋਏ ਆ, ਉਹਨਾਂ ਦਾ ਜਿੱਤਣ ਦਾ ਕਾਰਨ ਇਕੱਲੀ ਸ਼ਸਤਰ ਵਿੱਦਿਆ ਨਹੀਂ ਸੀ ਜੋ ਸਾਡੀ ਗੁਰੂ ਪਾਤਸ਼ਾਹ ਨੇ ਬਖਸ਼ੀ ਸੀ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਣ ਕਰਕੇ ਉਹ ਇਹ ਨਹੀਂ ਸੀ ਵੀ ਉਹਨਾਂ ਨਾਲੋਂ ਸਾਡੇ ਪੈਂਤਰੇ ਬੜੇ ਚੰਗੇ ਸੀ ਜਾਂ ਬੜੇ ਵੀ ਉਹਨਾਂ ਦੇ ਮਾੜੇ ਸੀ, ਸਾਡੇ ਚੰਗੇ ਹੋ ਗਏ। ਗੁਰੂ ਦੀ ਬਖਸ਼ਿਸ਼ ਹੋਣ ਕਰਕੇ ਸਾਡੀ ਹਰ ਥਾਂ ਜਿੱਤ ਹੁੰਦੀ ਰਹੀ ਆ, ਸਿਰਫ ਪੈਂਤਰੇ ਹੀ ਨਹੀਂ ਉਹਦੇ ਵਿੱਚ ਜ਼ਰੂਰੀ ਸੀ। ਸ਼ਸਤਰ ਵਿੱਦਿਆ ਦੀ ਗੱਲ ਕੀਤੀ, ਇੱਕ ਅਸਤਰ ਹੁੰਦੇ, ਇੱਕ ਸ਼ਸਤਰ ਹੁੰਦੇ ਆ, ਉਹਦੇ 'ਚ ਫਰਕ ਹੈ, ਇੱਕ ਚਲਾ ਕੇ ਮਾਰੇ ਜਾਂਦੇ ਆ, ਇੱਕ ਉਹ ਜਿਹੜੇ ਅਸਤਰ ਨੇ ਜਿਹੜੇ ਚਲਾ ਕੇ ਮਾਰਨ ਵਾਲੇ, ਤੀਰ ਹੋ ਗਏ ਜਾਂ ਤੁਪਕ ਹੋ ਗਈ ਜਾਂ ਮਤਲਬ ਬੰਦੂਕ ਹੋ ਗਈ, ਉਹ ਇਹਦੇ ਵਿੱਚ ਆਉਂਦੇ ਨੇ ਸ਼ਸਤਰ ਵਿੱਦਿਆ ਦੇ ਵਿੱਚ, ਕਿ ਜਾਂ ਉਹਦੇ ਵਾਸਤੇ ਕੋਈ ਅਲੱਗ ਕਿਸਮ ਦੀ ਕੋਈ ਵਿੱਦਿਆ ਆ? ਸ਼ਸਤਰ ਵਿੱਦਿਆ ਦਾ ਦਾਇਰਾ ਬਹੁਤ ਵਿਸ਼ਾਲ ਆ ਜੀ। ਸ਼ਸਤਰਾਂ ਨੂੰ ਆਮ ਤੌਰ 'ਤੇ ਵਿਦਵਾਨਾਂ ਨੇ ਕਈ ਕੈਟਾਗਰੀਆਂ ਵਿੱਚ ਵੰਡਿਆ ਹੋਇਆ। ਮੁਕਤਾ ਮੁਕਤ ਸ਼ਸਤਰ, ਮੁਕਤ ਸ਼ਸਤਰ, ਅਮੁਕਤ ਆੜੇ ਨਾਲ ਮੁਕਤ, ਮੁਕਤ ਸ਼ਸਤਰ, ਯੰਤਰ ਮੁਕਤ ਸ਼ਸਤਰ, ਮੁਕਤਾ ਮੁਕਤ ਸ਼ਸਤਰ। ਅਮੁਕਤ ਸ਼ਸਤਰ ਤਲਵਾਰ ਹੋ ਗਈ, ਜਿਸ ਨੂੰ ਸਿਰਫ ਅਸੀਂ ਹੱਥ 'ਚ ਫੜ ਕੇ ਚਲਾ ਸਕਦੇ ਹਾਂ, ਤਲਵਾਰ। ਇਹ ਅਮੁਕਤ ਹੋ ਗਏ ਆੜੇ ਨਾਲ, ਹੈ ਨਾ। ਮੁਕਤ ਹੋ ਗਏ ਤੀਰ ਜਿਹੜੇ ਹੋ ਗਏ ਵੀ ਆਪਾਂ ਸਿਰਫ ਸਿੱਟ ਸਕਦੇ ਹੋਈਏ, ਗਲੇਲ ਵਗੈਰਾ ਹੋ ਗਈ। ਯੰਤਰ ਮੁਕਤ ਹੋ ਗਏ ਜਿਹੜੇ ਕਿਸੇ ਤਰੀਕੇ ਨਾਲ ਯੰਤਰ ਨਾਲ ਚੱਲਦੇ ਹੋਣ, ਜਿਵੇਂ ਹੁਣ ਆਪਾਂ ਤੀਰ ਕਮਾਨ ਆ, ਉਹਨੂੰ ਅਸੀਂ ਉਹ ਯੰਤਰ ਹੋ ਗਿਆ ਨਾ, ਇੱਕ ਮੈਕੈਨਿਜ਼ਮ ਹੋ ਗਿਆ, ਹੈ ਨਾ। ਬੰਦੂਕ ਹੋ ਗਈ, ਬੇਸ਼ੱਕ ਉਹ ਫਾਇਰ ਹੋ ਗਿਆ, ਹੈ ਤਾਂ ਮੈਕੈਨਿਜ਼ਮ ਨਾ ਉਹ ਵੀ, ਹੈ ਨਾ। ਇਹ ਹੋ ਗਏ ਯੰਤਰ ਮੁਕਤ ਸ਼ਸਤਰ। ਮੁਕਤਾ ਮੁਕਤ ਜਿਹੜੇ ਹੱਥ 'ਚ ਫੜ ਕੇ ਵੀ ਚਲਾ ਸਕਦੇ ਹੋਈਏ ਅਤੇ ਚਲਾ ਕੇ ਵੀ ਮਾਰ ਸਕਦੇ ਹੋਈਏ। ਚੱਕਰ ਤਾਂ ਹੋ ਗਿਆ ਮੁਕਤ ਸ਼ਸਤਰ ਹੀ, ਕਿਉਂਕਿ ਚੱਕਰ ਦੂਰ ਹੀ ਮਾਰਦੇ ਹਾਂ। ਪਰ ਜਿਹੜਾ ਹੋ ਗਿਆ ਵਰਸ਼ਾ, ਇਹਨੂੰ ਆਪਾਂ ਚਲਾਵਾਂ ਵੀ ਮਾਰਦੇ ਹਾਂ ਅਤੇ ਹੱਥ 'ਚ ਫੜ ਕੇ ਵੀ ਲੜਦੇ ਹਾਂ। ਗੁਰਜ ਹੋ ਗਈ, ਗੁਰਜ ਚਲਾ ਕੇ ਵੀ ਮਾਰ ਦਿੰਦੇ ਹੁੰਦੇ ਆਪਾਂ। ਅਤੇ ਪਾਸੀ ਨੂੰ ਆਪਾਂ ਸਿੱਟ ਕੇ ਵੀ ਗਲ 'ਚ ਕਿਸੇ ਦੇ ਪਾ ਸਕਦੇ ਹਾਂ, ਅਤੇ ਆਪਾਂ ਹੱਥ 'ਚ ਫੜ ਕੇ ਵੀ ਕਿਸੇ ਦੇ ਗਲ 'ਚ ਪਾ ਸਕਦੇ ਹਾਂ। ਸੋ ਇਸ ਸ਼ਸਤਰ ਵਿੱਦਿਆ ਦਾ ਦਾਇਰਾ ਬਹੁਤ ਵੱਡਾ। ਤੁਪਕ, ਤੀਰ, ਤੁਫੰਗ, ਇਹ ਸਾਰੇ ਸ਼ਸਤਰਾਂ ਦੇ ਅਧੀਨ ਹੀ ਆ ਜਾਂਦੇ, ਪਰ ਉਸਤਾਦ ਵੱਖਰੇ ਵੱਖਰੇ ਹੋ ਜਾਂਦੇ ਕਈ ਵਾਰੀ ਹੁੰਦਾ। ਹੁਣ ਜਿਵੇਂ ਆਪਣਾ ਤੋਪਾਂ ਚਲਾਉਣ ਵਾਲੇ ਜਾਂ ਬੰਦੂਕਾਂ ਚਲਾਉਣ ਵਾਲੇ, ਉਹਦਾ ਵੱਖਰਾ ਉਸਤਾਦ ਹੋ ਜਾਊਗਾ। ਇਹ ਵੀ ਹੋ ਸਕਦਾ ਵੀ ਇੱਕੋ ਉਸਤਾਦ ਨੇ ਸਾਰਾ ਕੁਝ ਆਉਂਦਾ ਹੋਵੇ ਤਾਂ ਸਾਰਾ ਕੁਝ ਸਿਖਾਊਗਾ, ਪਰ ਇਹ ਵੀ ਹੋ ਸਕਦਾ ਵੀ ਇੱਕ ਨੇ ਸਾਰਾ ਕੁਝ ਨਾ ਸਿੱਖਿਆ ਹੋਵੇ। ਪਰ ਹੈ ਇਹ ਸਾਰਾ ਸ਼ਸਤਰ ਵਿੱਦਿਆ ਦਾ ਹੀ ਪਾਰਟ ਇਹ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਕਿੰਤੂ ਕਰਨ ਦੀ ਬਿਰਤੀ ਜਿਹੜੀ ਉਹ ਕਾਫੀ ਵਧੀ ਆ, ਅਤੇ ਉਹਦੇ ਵਿੱਚ ਸਿੱਖਾਂ ਦੇ ਵਿੱਚ ਵੀ ਕੁਝ ਅਜਿਹੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਆਪਣੀਆਂ ਪਰੰਪਰਾਵਾਂ ਦੇ ਉੱਤੇ ਕਿੰਤੂ ਕੀਤਾ ਆ। ਉਹਨਾਂ ਵੱਲੋਂ ਸ਼ਸਤਰ ਵਿੱਦਿਆ ਦੇ ਉੱਤੇ ਵੀ ਕਿੰਤੂ ਕੀਤਾ ਜਾਂਦਾ ਕਿ ਅੱਜ ਦਾ ਜੋ ਸਮਾਂ ਆ ਉਹ ਬੰਬਾਂ ਦਾ, ਹੈ ਨਾ, ਤੋਪਾਂ ਦਾ, ਪਰਮਾਣੂ ਬੰਬ ਦਾ ਯੁੱਗ ਆ, ਅਤੇ ਇਹ ਵਿੱਦਿਆ ਦੀ ਕੋਈ ਰੈਲੇਵੈਂਸ ਨਹੀਂ ਰਹਿ ਗਈ। ਇਸ ਚੀਜ਼ ਨੂੰ ਜਿਹੜੇ ਆ ਤੁਸੀਂ ਕਿਵੇਂ ਦੇਖਦੇ ਹੋ? ਵੇਖੋ, ਇਹ ਸਾਡੀ ਰਵਾਇਤ ਆ, ਹੈ ਨਾ। ਸ਼ਸਤਰ ਵਿੱਦਿਆ ਗੁਰੂ ਮਹਾਰਾਜ ਦੀ ਬਖਸ਼ਿਸ਼, ਚਾਹੇ ਤੋਪਾਂ ਆ ਜਾਣ, ਟੈਂਕ ਆ ਜਾਣ, ਚਾਹੇ ਤੁਸੀਂ ਘਰ ਘਰ ਮਜਾਇਲ ਰੱਖੋ, ਹੈ ਨਾ। ਇਹ ਅਸੀਂ ਕਿਹਨੇ ਰੋਕਿਆ ਰੱਖਣ ਤੋਂ? ਰੱਖਣਾ ਕੋਈ ਮਾੜਾ ਨਹੀਂ, ਪਰ ਇਹ ਸਾਡੀ ਰਵਾਇਤ ਆ। ਇਹ ਨਹੀਂ ਵੀ ਇਹ ਕਿਸੇ ਕੰਮ ਨਹੀਂ ਆਉਂਦੇ। ਅੰਤ ਨੂੰ ਤੋਪਾਂ ਦਾ ਬਰੂਦ ਖਤਮ ਹੋ ਗਿਆ, ਮਿਸਾਈਲਾਂ ਸਾਰੀਆਂ ਖਤਮ ਹੋ ਗਈਆਂ। ਜਦੋਂ ਗੁੱਥਾ ਹੱਥੋਂ ਪਾਈ ਹੋਣਾ,
ਉਹ ਤਾਂ ਇਹਨਾਂ ਦੀ ਲੋੜ ਪੈਣੀ ਹੀ ਪੈਣੀ ਆ। ਬਾਕੀ ਪਵੇ ਨਾ ਪਵੇ ਇਹ ਤਾਂ ਸਾਡੀ ਰਵਾਇਤ ਆ, ਅਸੀਂ ਸਿੱਖਣੀ ਆ। ਕੀ ਸਾਡਾ ਮੁੱਖ ਗੁਰੂ ਵੱਲ ਆ, ਸਾਨੂੰ ਗੁਰੂ ਸਾਹਿਬ ਦਾ ਹੁਕਮ ਆ ਸ਼ਸਤਰ ਵਿੱਦਿਆ ਸਿੱਖਣੀ, ਸ਼ਸਤਰ ਪਹਿਨ ਕੇ ਰੱਖਣੇ। ਲੋਕੀ ਕੀ ਕਹਿੰਦੇ ਸਾਨੂੰ ਨਾ ਤਾਂ ਉਹਨਾਂ ਦੇ ਜਵਾਬ ਦੇਣ ਦੀ ਲੋੜ ਆ, ਉਹ ਕੀ ਸੋਚਦੇ ਹੈ ਨਾ, ਇਹਦਾ ਫਾਇਦਾ ਹੈ ਨਹੀਂ। ਇਹ ਤਾਂ ਉਹ ਕਹਿੰਦੇ ਹੁੰਦੇ ਨਾ ਵੀ ਤਕੜਾ ਕੌਣ ਆ, ਕਹਿੰਦੇ ਘੁਲ ਕੇ ਵੇਖਾਂਗੇ ਫੇਰ ਹੀ ਪਤਾ ਲੱਗੂਗਾ। ਤੇਰੇ ਤੂੰ ਜਿੱਡਾ ਮਰਜ਼ੀ ਤੇਰਾ ਸਰੀਰ ਆ, ਉਹ ਮਾਇਨੇ ਨਹੀਂ ਰੱਖਦਾ ਹੈ ਨਾ। ਮੌਕੇ 'ਤੇ ਮੇਰਾ ਪੈਂਤਰਾ ਚੱਲ ਗਿਆ, ਮੈਂ ਤੈਨੂੰ ਗੋਡਿਆਂ ਥੱਲੇ ਲੈ ਲਿਆ, ਮੈਂ ਜੇ ਕਹਿ ਰਹੇ ਸਰੀਰ ਦਾ ਵੀ ਆ। ਤੋਪਾਂ ਦਾ ਟੈਂਕਾਂ ਦਾ ਜ਼ਮਾਨਾ ਹੋਊ ਕੀ ਹੈ ਨਾ, ਇਹ ਤਾਂ ਉਦੋਂ ਪਤਾ ਲੱਗੂਗਾ ਨਾ ਜਦੋਂ ਜੰਗ ਹੋਊਗੀ। ਵੀ ਹੋ ਸਕਦਾ ਵੀ ਉਹ ਅਖੀਰ 'ਤੇ ਉਹਨਾਂ ਦਾ ਮੁੱਕ ਜੇ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ, ਉਹਨਾਂ ਦੀਆਂ ਤੋਪਾਂ ਮੁੱਕ ਜਾਣ, ਅਸੀਂ ਫਿਰ ਵੀ ਨਾ ਮੁੱਕੀਏ ਅਤੇ ਉਹਨਾਂ ਨੂੰ ਹੱਥੋਂ ਪਾਈ ਤੱਕ ਆਉਣਾ ਪੈ ਜੇ ਜਿਹੜਾ ਵੀ ਸਾਡਾ ਦੁਸ਼ਮਣ ਆ ਹੈ ਨਾ। ਤਾਂ ਫਿਰ ਅਸੀਂ ਅੱਗੋਂ ਤਾਂ ਉਸੇ ਰਵਾਇਤੀ ਸ਼ਸਤਰਾਂ ਨਾਲ ਟੱਕਰਾਂਗੇ ਨਾ ਜਦੋਂ ਉਹਨਾਂ ਦਾ ਸਭ ਕੁਝ ਮੁੱਕ ਗਿਆ। ਇਹ ਤਾਂ ਉਹਨਾਂ ਦੀਆਂ ਕਿਆਸਾਂ ਜਾਂ ਆਪਾਂ ਕਹਿ ਲਈਏ ਵੀ ਢੁੱਚਰਾਂ ਹੁੰਦੀਆਂ, ਉਹਨਾਂ ਨੇ ਢੁੱਚਰਾਂ ਹੀ ਕਰਨੀਆਂ। ਨਾ ਉਹਨਾਂ ਨੂੰ ਸ਼ਸਤਰ ਵਿੱਦਿਆ ਦਾ ਕੋਈ ਗਿਆਨ ਆ, ਨਾ ਹੀ ਉਹਨਾਂ ਨੂੰ ਕੋਈ ਗੁਰਬਾਣੀ ਦਾ ਗਿਆਨ ਆ, ਮਹੀਨ ਗਿਆਨ ਕੋਈ ਉਹ ਗੁਰਬਾਣੀ ਦੀ ਸਮਝ ਹੋਵੇ, ਗੁਰਮਤਿ ਦੀ ਸਮਝ ਹੋਵੇ, ਕਿਸੇ ਪਰੰਪਰਾ ਦੀ ਸਮਝ ਹੋਵੇ। ਸਿਰਫ ਕਦੇ ਕਿਸੇ ਚੀਜ਼ 'ਤੇ ਕਿੰਤੂ ਕਰ ਲਈ, ਕਿਸੇ ਦੇ ਚੀਜ਼ 'ਤੇ ਕਿੰਤੂ ਕਰ ਲਈ, ਸੋ ਇਸ 'ਤੇ ਕਿੰਤੂ ਕਰ ਦਿੰਦੇ ਉਹਨਾਂ ਨੂੰ। ਅਤੇ ਉਹਨਾਂ ਨੂੰ ਤਾਂ ਇਹੀ ਜਵਾਬ ਵੀ ਸਾਡੀ ਇਹ ਪਰੰਪਰਾ ਹੈਗੀ ਆ, ਤੁਸੀਂ ਜੋ ਮਰਜ਼ੀ ਸੋਚੋ, ਸਾਨੂੰ ਗੁਰੂ ਮਹਾਰਾਜ ਦਾ ਹੁਕਮ ਆ, ਸਾਡੇ ਵਾਸਤੇ ਹੁਕਮ ਤੋਂ ਉੱਤੇ ਕੁਝ ਵੀ ਨਹੀਂ। ਬਿਲਕੁਲ। ਤੁਸੀਂ ਕਦੋਂ ਤੋਂ ਇੱਥੇ ਅਖਾੜੇ 'ਚ ਸੇਵਾ ਨਿਭਾ ਰਹੇ ਆਪਣੇ ਬਾਰੇ ਅਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਜ਼ਰੂਰ ਦੱਸੋ ਜੀ। ਪਰਿਵਾਰਕ ਪਿਛੋਕੜ ਬਾਰੇ ਜੇ ਗੱਲ ਕਰੀਏ ਤਾਂ ਸਾਡੀ ਤੀਜੀ ਪੀੜ੍ਹੀ ਬੁੱਢੇ ਦਲ ਦੀ ਸੇਵਾ ਦੇ ਵਿੱਚ ਸੇਵਾ ਵਿੱਚ ਆ। ਮੇਰੇ ਦਾਦਾ ਬਾਬਾ ਧੰਨਾ ਸਿੰਘ ਜੀ ਜੋ ਮਸਤਾਨੇ ਸੀ, ਜਿਹਨੂੰ ਅੱਜ ਦੇ ਦੌਰ 'ਚ ਆਪਾਂ ਕਹਿ ਦਈਏ ਵੀ ਮੈਂਟਲੀ ਅਪਸੈਟ, ਉਹ ਪਿਤਾ ਜੀ ਕੋਈ ਉਮਰ 4 ਜਾਂ 5 ਸਾਲ ਦੀ ਸੀ, ਤੁਰ ਸਕਦੇ ਸੀ। ਮੇਰੇ ਪਿਤਾ ਜੀ ਨੂੰ ਉਂਗਲ ਲਾ ਕੇ ਅਤੇ ਮੇਰੀ ਭੂਆ ਜੀ ਨੂੰ ਮੋਢੇ 'ਤੇ ਬਿਠਾ ਕੇ ਘਰੋਂ ਤੁਰ ਗਏ ਸੀ। ਅਤੇ ਸਾਲ ਸਵਾ ਸਾਲ ਉਹਨਾਂ ਨੇ ਸਾਰੇ ਕਿਤੇ ਭ੍ਰਮਣ ਕਰਦੇ ਹੋਏ ਗੁਰਦੁਆਰਿਆਂ ਦਾ, ਬਿਨਾਂ ਪੈਸਿਆਂ ਤੋਂ ਟ੍ਰੇਨ ਦਾ ਸਫ਼ਰ ਕਰਦੇ ਹੋਏ ਅਖੀਰ ਬੁੱਢੇ ਦਲ ਦੇ ਵਿੱਚ ਪਿਤਾ ਜੀ ਨੂੰ ਭਰਤੀ ਕਰਵਾਤਾ ਸੀ। ਅਤੇ ਫਿਰ ਪਿਤਾ ਜੀ ਬੁੱਢੇ ਦਲ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ। ਉਹਨਾਂ ਨੂੰ ਲੱਡੂ ਦੇ ਨਾਮ ਨਾਲ ਬੁੱਢੇ ਦਲ ਦੇ ਵਿੱਚ ਜਾਣਿਆ ਜਾਂਦਾ ਸੀ, ਅਤੇ ਨਾਮ ਉਹਨਾਂ ਦਾ ਸੀ ਜਥੇਦਾਰ ਨਛੱਤਰ ਸਿੰਘ। ਅਤੇ ਪਿਤਾ ਜੀ ਨੇ ਬੁੱਢੇ ਦਲ ਦੀ ਸੇਵਾ ਕੀਤੀ। ਅਖੀਰ ਫਿਰ ਉਹ ਪਿਤਾ ਜੀ ਉਸ ਟਾਈਮ ਬਾਬਾ ਚੇਤ ਸਿੰਘ ਜੀ ਦੇ ਪਾਲਕ ਪੁੱਤਰ ਗਿਣੇ ਜਾਂਦੇ ਸੀ। ਉਸ ਟਾਈਮ ਬੁੱਢੇ ਦਲ ਦੇ ਮੁਖੀ ਪਿਤਾ ਜੀ ਜਦੋਂ 51 ਜਾਂ 52 ਦੇ ਵਿੱਚ ਭਰਤੀ ਹੋਏ ਆ, ਬਾਬਾ ਚੇਤ ਸਿੰਘ ਜੀ ਕੋਲ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਅਰਦਾਸ ਕਰਵਾਇਆ ਸੀ। ਤਾਂ ਉਸ ਤੋਂ ਬਾਅਦ ਪਿਤਾ ਜੀ ਪਹਿਲਾਂ ਸੇਵਾ ਦੇ ਵਿੱਚ ਛੋਟੇ ਲੈਵਲ 'ਤੇ ਜਿਵੇਂ ਆਮ ਤੌਰ 'ਤੇ ਭੁਜੰਗੀ ਹੁੰਦੇ ਆ, ਫਿਰ ਪਿਤਾ ਜੀ ਹਜ਼ੂਰੀ ਸੇਵਕ ਬਣ ਕੇ ਬਾਬਾ ਜੀ ਦੇ ਗੜਵਈ ਰਹੇ ਆ। ਅਤੇ ਫਿਰ ਬਾਬਾ ਜਦੋਂ ਚੇਤ ਸਿੰਘ ਜੀ ਚੜ੍ਹਾਈ ਕੀਤੇ ਆ ਤਾਂ ਬੁੱਢੇ ਦਲ ਦੇ ਵਿੱਚ ਇੱਕ ਇਹ ਵੀ ਵਿਚਾਰ ਚਰਚਾ, ਇੱਕ ਬੁੱਢੇ ਦਲ ਦੇ ਕਈ ਸਿੰਘ ਜੋ ਪੁਰਾਣੇ ਸੀ ਉਹ ਚਾਹੁੰਦੇ ਸੀ ਵੀ ਜਥੇਦਾਰ ਨਛੱਤਰ ਸਿੰਘ ਨੂੰ ਬੁੱਢੇ ਦਲ ਦਾ ਮੁਖੀ ਬਣਾਇਆ ਜਾਵੇ, ਪਰ ਪਿਤਾ ਜੀ ਉਦੋਂ ਯੋਗ ਨਹੀਂ ਸੀ ਉਮਰ ਦੇ ਹਿਸਾਬ ਨਾਲ, ਅਤੇ ਨਾ ਹੀ ਉਹਨਾਂ ਨੂੰ ਇਹਨਾਂ ਦਾ ਮਤ ਹੈਗਾ ਸੀ ਇਸ ਪਾਸੇ। ਅਤੇ ਬਾਬਾ ਸੰਤਾ ਸਿੰਘ ਜੀ ਜੋ ਹਰ ਪੱਖੋਂ ਯੋਗ ਵੀ ਸੀ, ਪਰਪੱਕ ਸੀ, ਤਾਂ ਫਿਰ ਇਸ ਲਈ ਪਿਤਾ ਜੀ ਨੇ ਵੀ ਆਪਣੀ ਪੱਗ, ਪਿਤਾ ਜੀ ਨੂੰ ਕਈ ਪੱਗਾਂ ਹੋਈਆਂ ਸੀ ਉਦੋਂ ਜਥੇਦਾਰੀ ਦੀਆਂ, ਪਰ ਪਿਤਾ ਜੀ ਨੇ ਸਾਰੀਆਂ ਹੀ ਪੱਗਾਂ ਬਾਬਾ ਸੰਤਾ ਸਿੰਘ ਜੀ ਨੂੰ ਦੇ ਕੇ, ਅਤੇ ਬਾਬਾ ਸੰਤਾ ਸਿੰਘ ਜੀ ਜੋ ਯੋਗ ਸੀ ਉਸ ਟਾਈਮ ਪਿਤਾ ਜੀ ਦੇ ਕਹਿਣ ਮੁਤਾਬਕ ਭਰ ਜਵਾਨੀ ਦੇ ਵਿੱਚ ਸੀ। ਪਿਤਾ ਜੀ ਤੋਂ ਉਮਰ 'ਚ ਵੀ ਤਜਰਬੇ ਵਿੱਚ ਹਰ ਤਰੀਕੇ ਨਾਲ ਵੱਡੇ ਸੀ। ਪਿਤਾ ਜੀ ਉਦੋਂ 16-17 ਸਾਲ ਦੇ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਮੈਂ ਨਹੀਂ ਬੁੱਢੇ ਦਲ ਦੀ ਕਮਾਨ ਕਿਸੇ ਵੀ ਹਾਲ ਦੇ ਵਿੱਚ ਸੰਭਾਲ ਸਕਦਾ। ਅਤੇ ਬੁੱਢੇ ਦਲ ਦੀ ਪਿਤਾ ਜੀ ਸੇਵਾ ਕਰਦੇ ਕਈ ਸਥਾਨਾਂ ਦੇ ਉੱਤੇ, ਦਮਦਮਾ ਸਾਹਿਬ, ਝੰਡੇ ਕਲਾਂ, ਕੋਟਕਪੂਰੇ ਦਾ ਬੁੱਢੇ ਦਲ ਦਾ ਸਥਾਨ ਵੱਡਾ, ਉੱਥੇ ਉਹਨਾਂ ਨੇ ਸੇਵਾ ਕੀਤੀ। ਗੁਰਦੁਆਰਾ ਪਾਤਸ਼ਾਹੀ 10ਵੀਂ ਦੇ ਵਿੱਚ ਪੰਜਗਰਾਈ ਬੁੱਢੇ ਦਲ ਦਾ ਸਥਾਨ। ਅਖੀਰ ਫਿਰ ਪਿਤਾ ਜੀ ਘਰ ਆ ਗਏ, ਅਤੇ ਮੈਂ ਤਕਰੀਬਨ ਗੁਰਦੁਆਰਾ ਸਾਹਿਬ ਵੀ ਮੇਰਾ ਜਨਮ ਹੋਇਆ 1988 ਦੇ ਵਿੱਚ। ਤਾਂ ਆਪਾਂ ਕਹਿ ਦਈਏ ਵੀ ਦਲ ਪੰਥ ਦੇ ਨਾਲ ਰਹਿਣਾ, ਕੋਲੇ ਰਹਿਣਾ, ਹਾਲਾਂਕਿ ਵਹੀਰ ਦੇ ਵਿੱਚ ਨਹੀਂ, ਪਰ ਵਹੀਰ ਆ ਕੇ ਉੱਥੇ ਰਹਿੰਦਾ ਸੀ। ਜਦੋਂ ਪੜਾਂਵਾਰ ਆਉਂਦੇ ਸੀ ਦਲ ਪੰਥ ਦੇ ਸਿੰਘ ਉੱਥੇ ਰਹਿੰਦੇ ਸੀ ਆਮ ਪੱਕੇ, ਅਤੇ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਰਹੇ ਵਿਚਰੇ, ਅਤੇ ਸਾਰਾ ਕੁਛ ਮਰਜ਼ਾਦਾ ਉੱਥੋਂ ਹੀ ਤੁਰੇ ਆ, ਮਰਜ਼ਾਦਾ ਦੇ ਵਿੱਚ ਰਹਿੰਦੇ ਆਏ ਆ। ਅਤੇ ਫਿਰ 2005 ਦੇ ਵਿੱਚ ਮੈਂ ਅੰਮ੍ਰਿਤਪਾਨ ਕਰਕੇ ਨਿਹੰਗ ਸਿੰਘ ਬਾਣਾ 2006 'ਚ ਕਾਲਜ ਵਿੱਚ ਪਾਉਣਾ ਸ਼ੁਰੂ ਕਰਤਾ। ਅਤੇ 2005 ਦੇ ਵਿੱਚ ਹੀ ਮੈਂ ਉਸਤਾਦ ਮੇਰੇ ਪਿਤਾ ਜੀ ਦੇ ਉਸਤਾਦ ਰਹੇ ਬਾਬਾ ਦਇਆ ਸਿੰਘ ਜੀ ਭਗਤੇ ਵਾਲੇ, ਜਿਨ੍ਹਾਂ ਨੂੰ ਦਇਆ ਸਿੰਘ ਭੂਤ ਵੀ ਕਹਿ ਦਿੰਦੇ ਸੀ, ਜੋ ਬਾਬਾ ਸੰਤਾ ਸਿੰਘ ਜੀ ਮੌਕੇ ਦੇ ਬੁੱਢੇ ਦਲ ਦੇ ਮਾਸਟਰ ਸੀ, ਜਿਹੜੇ ਬੁੱਢੇ ਦਲ ਦੇ ਉਸ ਟਾਈਮ ਪੁਰਾਣੇ ਮਾਸਟਰਾਂ ਦੇ ਵਿੱਚੋਂ ਇੱਕ ਸੀ। ਉਹਨਾਂ ਤੋਂ ਮੈਂ ਸ਼ਸਤਰ ਵਿੱਦਿਆ ਹਾਸਲ ਕੀਤੀ ਆ। ਅਤੇ ਫਿਰ 2012 ਦੇ ਵਿੱਚ ਉਹਨਾਂ ਨੇ ਮੈਨੂੰ ਮਾਸਟਰ ਬਣਾ ਕੇ ਮੈਨੂੰ ਬੁੱਢੇ ਦਲ ਦੇ ਰਣਜੀਤ ਅਖਾੜੇ ਬੁੱਢੇ ਦਲ ਦੀ ਦਸਤਾਰ ਮੇਰੇ ਸਿਰ 'ਤੇ ਬੰਨ੍ਹ ਕੇ ਮੈਨੂੰ ਬੁੱਢੇ ਦਲ ਦੇ ਅਖਾੜੇ ਦਾ ਮਾਸਟਰ ਅਤੇ ਜਥੇਦਾਰ ਬਣਾ ਕੇ ਇਸ ਕਾਰਜ ਲਈ ਤੋਰਤਾ। ਭਾਈ ਸਾਹਿਬ ਹੋਣਾ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਜੋ ਸਿੱਖਾਂ ਦੀ ਸ਼ਸਤਰ ਵਿੱਦਿਆ ਆ, ਉਹਦੇ ਬਾਰੇ ਜਿਹੜੀ ਬੇਸਿਕ ਜਾਣਕਾਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਭੂਮਿਕਾ ਬੰਨੀ ਆ ਕਿ ਉਹ ਵਿੱਦਿਆ ਜੋ ਅੱਜ ਚੱਲ ਰਹੀ ਆ ਉਹਦੇ ਨਾਲੋਂ ਵੱਖ ਕਿਵੇਂ ਆ, ਗੱਤਕੇ ਅਤੇ ਸ਼ਸਤਰ ਵਿੱਦਿਆ ਦੇ ਵਿੱਚ ਫਰਕ ਕੀ ਆ, ਇਹਨਾਂ ਚੀਜ਼ਾਂ ਬਾਰੇ ਉਹਨਾਂ ਨੇ ਸਾਨੂੰ ਭਰਪੂਰ ਜਾਣਕਾਰੀ ਦਿੱਤੀ ਆ।
ਪਰ ਆਉਂਦੇ ਸਮੇਂ ਦੇ ਵਿੱਚ ਆਪਾਂ ਜਲਦ ਹੀ ਅਖਾੜੇ ਦੇ ਵਿੱਚ ਜਾ ਕੇ ਜੋ ਉਹਨਾਂ ਨੇ ਪੈਂਤੜੇ ਦੱਸੇ, ਜੋ ਵਾਰ ਦੱਸੇ ਆ, ਉਹ ਇਹਨਾਂ ਪਾਸੋਂ ਤੇ ਇਹਨਾਂ ਪਾਸੋਂ ਜੋ ਵਿੱਦਿਆ ਲੈਂਦੇ ਵਿਦਿਆਰਥੀ ਨੇ ਉਹਨਾਂ ਪਾਸੋਂ ਉਹ ਸਾਰੀ ਰਿਕਾਰਡ ਕਰਾਂਗੇ। ਭਾਈ ਸਾਹਿਬ, ਚੈਨਲ ਦੇ ਉੱਤੇ ਆ ਕੇ ਵਡਮੁੱਲੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਵਾਸਤੇ ਬਹੁਤ ਧੰਨਵਾਦ, ਕਿਉਂਕਿ ਇਹ ਜਿਹੜੀ ਜਾਣਕਾਰੀ ਆ ਸਮੇਂ ਦੇ ਨਾਲ ਲੋਕ, ਕਿਉਂਕਿ ਆਧੁਨਿਕਤਾ ਦਾ ਜ਼ੋਰ ਇੱਕ ਹਨੇਰੀ ਚੱਲਿਆ ਪਿਆ ਹਰ ਪਾਸੇ ਹੀ, ਵੀ ਕਿਸੇ ਕੋਲ ਸਮਾਂ ਨਹੀਂ ਆ, ਉਹ ਚੀਜ਼ਾਂ ਪਿੱਛੇ ਛੁੱਟਦੀਆਂ ਜਾ ਰਹੀਆਂ। ਉਹਦੇ ਵਿੱਚ ਤੁਸੀਂ ਇਹ ਚੀਜ਼ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਲੈ ਕੇ ਆ ਰਹੇ ਹੋ, ਤੇ ਇਹ ਤੁਸੀਂ ਬਹੁਤ ਵੱਡਾ ਉਦਮ ਆ ਤੁਹਾਡਾ, ਤੇ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਭਲਾ ਕਰੇ।